ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। जनरल बिपिन रावत आज किया जाएगा अंतिम संस्कार। नामवर शख्सियतां वालों जनरल रावत सने होरनां जवानां नूं दित्ती गई श्रद्धांजलि। शाम 4 बजे होवेगा जनरल रावत का अंतिम संस्कार। खेती कानूनां दे रद्द होण मगरों किसान अंदोलन होया समाप्त। किसानां ने ਸਿੰਘੂ बार्डर ते बनाए मकान ढाए। किसान कर रहे ने घर वापसी। ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀਆਂ ਨੂੰ ਹੋ ਰਹੀ ਹੈ ਭਾਰੀ ਪਰੇਸ਼ਾਨੀ। ਇਟਲੀ ਜਾਣ ਵਾਲੀ ਉਡਾਨਾਂ ਰੱਦ ਹੋਣ ਕਾਰਨ ਯਾਤਰੀ ਹੋ ਰਹੇ ਨੇ ਪਰੇਸ਼ਾਨ। ਅੰਮ੍ਰਿਤਸਰ ਏਅਰਪੋਰਟ ਤੇ ਮਾਹੌਲ ਗਰਮਾਇਆ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਤਾਮਿਲਨਾਡੂ ਦੇ ਕਨੂਰ 'ਚ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ 13 ਲੋਕਾਂ ਦੀਆਂ ਮ੍ਰਿਤਕ ਦੇਹਾਂ ਵੀਰਵਾਰ ਨੂੰ ਦਿੱਲੀ ਦੇ ਪਾਲਮ ਹਵਾਈ ਅੱਡੇ ਤੇ ਪਹੁੰਚਾਈਆਂ ਗਈਆਂ। ਭਾਰਤ ਦੇ ਬਹਾਦਰ ਪੁੱਤਰ ਤੇ ਦੇਸ਼ ਦੇ ਪਹਿਲੇ ਜਨਰਲ ਬਿਪਿਨ ਰਾਵਤ ਦਾ ਅੰਤਿਮ ਸੰਸਕਾਰ ਅੱਜ ਹੋਵੇਗਾ। ਜਨਰਲ ਰਾਵਤ ਤੇ ਉਹਨਾਂ ਦੀ ਪਤਨੀ ਦੀ ਮ੍ਰਿਤਕ ਦੇਹ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12:30 ਵਜੇ ਤੱਕ ਆਮ ਜਨਤਾ ਦੇ ਦਰਸ਼ਨਾਂ ਦੇ ਲਈ ਉਹਨਾਂ ਦੇ 3 ਕਾਮਰਾਜ ਮਾਰਗ ਸਥਿਤ ਰਿਹਾਇਸ਼ ਤੇ ਰੱਖਿਆ ਗਿਆ ਹੈ। बिपिन रावत ਤੇ ਉਹਨਾਂ ਦੀ ਪਤਨੀ ਨੂੰ ਸ਼ਰਧਾਂਜਲੀ ਦੇਣ ਲਈ ਫੌਜੀ ਕਰਮਚਾਰੀਆਂ ਲਈ ਦੁਪਹਿਰ 12:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਦਾ ਸਮਾਂ ਹੋਵੇਗਾ ਤੇ ਜਨਰਲ ਰਾਵਤ ਦੀ ਅੰਤਿਮ ਯਾਤਰਾ ਦੁਪਹਿਰ ਕਰੀਬ 2 ਵਜੇ ਉਹਨਾਂ ਦੀ ਰਿਹਾਇਸ਼ ਤੋਂ ਬੈਰਾਰ ਸਿਕਿਉਰ ਸ਼ਮਸ਼ਾਨ ਘਾਟ ਤੱਕ ਸ਼ੁਰੂ ਹੋਵੇਗੀ। ਅੰਤਿਮ ਸੰਸਕਾਰ ਸ਼ਾਮ ਨੂੰ 4 ਵਜੇ ਕੀਤਾ ਜਾਵੇਗਾ। खेती कानूनां खिलाफ ਸਿੰਘੂ ਬਾਰਡਰ ਤੇ ਚੱਲ ਰਹੇ ਧਰਨੇ ਤੇ ਬਣੇ ਪੱਕੇ ਮਕਾਨ ਹੁਣ ਕਿਸਾਨਾਂ ਵੱਲੋਂ ਢਾਹ ਦਿੱਤੇ ਰਹੇ। ਇਹ ਮਕਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮੁਖੀ ਵੱਲੋਂ ਬਣਾਏ ਗਏ ਸਨ। ਹੁਣ ਪੱਕੇ ਮਕਾਨਾਂ ਨੂੰ ਹਟਾ ਕੇ ਹਾਈਵੇ ਨੂੰ ਖਾਲੀ ਕਰਵਾਇਆ ਜਾ ਰਿਹਾ। ਯੂਨੀਅਨ ਦੇ ਪ੍ਰਧਾਨ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਮਕਾਨ ਨੂੰ ਬਣਾਉਣ ਲਈ ਕਰੀਬ 3.5 ਲੱਖ ਰੁਪਏ ਖਰਚ ਕੀਤੇ ਗਏ ਨੇ। ਇਸ ਘਰ ਵਿੱਚ 3 ਕਮਰੇ ਸਨ ਜਿਨ੍ਹਾਂ ਵਿੱਚ ਔਰਤਾਂ ਲਈ ਵੱਖਰੇ ਕਮਰੇ ਤੇ ਪੁਰਸ਼ਾਂ ਲਈ 2 ਵੱਖਰੇ ਕਮਰੇ ਤਿਆਰ ਕੀਤੇ ਗਏ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਘਰ ਵਿੱਚ ਲਗਾਈਆਂ ਗਈਆਂ ਇੱਟਾਂ ਨੂੰ ਆਪਣੇ ਘਰ ਲੈ ਜਾਣਗੇ ਤੇ ਆਪਣੇ ਪਿੰਡ ਲੈ ਕੇ ਜਾਣ ਤੋਂ ਬਾਅਦ ਇਹ ਦਿਖਾਉਣਗੇ ਕਿ ਕਿਵੇਂ ਉਹ ਇਹਨਾਂ ਇੱਟਾਂ ਨਾਲ ਘਰ ਬਣਾ ਕੇ ਸਰਹੱਦ ਤੇ ਰਹਿ ਰਹੇ ਸਨ। ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਦਰਅਸਲ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬੀਤੇ ਦਿਨੀ ਫਲਾਈਟ ਲੇਟ ਹੋ ਗਈ। ਇਹ ਫਲਾਈਟ ਇਟਲੀ ਦੀ ਰਵਾਨਾ ਹੋਣੀ ਸੀ। ਏਅਰਪੋਰਟ ਮਹਿਕਮੇ ਦੇ ਅਨੁਸਾਰ ਜਹਾਜ਼ ਵਿੱਚ ਕੋਈ ਤਕਨੀਕੀ ਖਰਾਬੀ ਹੋਣ ਕਾਰਨ ਫਲਾਈਟ ਪਹਿਲਾਂ ਹੀ ਮਿੱਥੇ ਸਮੇਂ ਤੋਂ ਲੇਟ ਸੀ, ਜਿਸ ਨਾਲ ਅਨੁਮਾਨ ਸੀ ਕਿ ਇਹ ਫਲਾਈਟ ਸ਼ਾਮ ਤੱਕ ਉਡਾਨ ਭਰੇਗੀ। ਪਰ ਜਹਾਜ਼ ਦੀ ਤਕਨੀਕੀ ਖਰਾਬੀ ਵਿੱਚ ਨੁਕਸ ਠੀਕ ਨਹੀਂ ਹੋਇਆ, ਜਿਸ ਕਾਰਨ ਇਸ ਫਲਾਈਟ ਨੂੰ ਰੱਦ ਕਰਕੇ ਅੱਜ ਦੇ ਲਈ ਸ਼ਡਿਊਲ ਕੀਤਾ ਗਿਆ। ਪਰ ਇਸ ਸਭ ਵਿੱਚ ਯਾਤਰੀ ਪਰੇਸ਼ਾਨ ਨਾ ਹੋਣ ਇਸ ਲਈ ਉਹਨਾਂ ਨੂੰ ਰਾਤ ਨੂੰ ਹੋਟਲਾਂ ਦੇ ਵਿੱਚ ਠਹਿਰਾਇਆ ਗਿਆ। ਪਰ ਇਸ ਵਿਚਾਲੇ ਰੋਮ ਤੋਂ ਆਈ ਫਲਾਈਟ ਵਿੱਚ 2 ਯਾਤਰੀ ਕੋਰੋਨਾ ਪੋਜ਼ਿਟਿਵ ਪਾਏ ਗਏ, ਜਿਸ ਤੋਂ ਬਾਅਦ ਯਾਤਰੀਆਂ ਵਿੱਚ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ। ਪੰਜਾਬ ਵਿੱਚ ਕੋਰੋਨਾ ਦੀ ਤੀਜੀ ਸੰਭਾਵੀ ਲਹਿਰ, ਜਿਸ ਨੂੰ ਵੇਰੀਐਂਟ ਓਮਿਕਰੋਨ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ, ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਮੁੜ ਤੋਂ ਲਾਕਡਾਊਨ ਲਗਾਏ ਜਾਣ ਦੀਆਂ ਸੰਭਾਵਨਾਵਾਂ ਤੇ ਚਰਚਾ ਅਤੇ ਅਫਵਾਹਾਂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਫੈਲ ਰਹੀਆਂ ਨੇ। ਇਸ ਲਾਕਡਾਊਨ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਫਿਰ ਤੋਂ ਇੱਕ ਵਾਰ ਦਹਿਸ਼ਤ ਦਾ ਮਾਹੌਲ ਬਣ ਰਿਹਾ। ਉਹਨਾਂ ਲੋਕਾਂ ਨੂੰ ਅਜਿਹੀ ਤਰਾਸਦੀ ਮੌਕੇ ਆਪਣੀ ਰੋਜ਼ੀ ਰੋਟੀ ਦਾ ਵੀ ਡਰ ਸਤਾ ਰਿਹਾ। ਭਾਵੇਂ ਭਾਰਤ ਵਿੱਚ ਓਮਿਕਰੋਨ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਪਾਈ ਗਈ ਹੈ, ਪਰ ਫਿਰ ਵੀ WHO ਦੀਆਂ ਹਦਾਇਤਾਂ ਅਨੁਸਾਰ ਇਹ ਵੇਰੀਐਂਟ ਓਮਿਕਰੋਨ ਘਾਤਕ ਸਿੱਧ ਹੋ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਹੀ 2 ਸਾਲ ਕੋਰੋਨਾ ਦੀ ਮਾਰ ਚੱਲੀ ਹੈ, ਜਿਸ ਨਾਲ ਉਹਨਾਂ ਦੀ ਲੀਹ ਤੋਂ ਲੱਥੀ ਗੱਡੀ ਅਜੇ ਵੀ ਦੁਬਾਰਾ ਪਟੜੀ ਤੇ ਨਹੀਂ ਆ ਸਕੀ ਤੇ ਉਹਨਾਂ ਨੂੰ ਤੀਸਰੀ ਲਹਿਰ ਦਾ ਡਰ ਸਤਾਉਣ ਲੱਗ ਪਿਆ। ਤਰਨਤਾਰਨ ਜ਼ਿਲ੍ਹੇ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਇਤਿਹਾਸਿਕ ਗੁਰਦੁਆਰਾ ਬੌਲੀ ਸਾਹਿਬ ਕੰਪਲੈਕਸ ਨੇੜਿਓਂ ਰੇਤ ਦੇ ਢੇਰ ਅੰਦਰੋਂ ਲਾਪਤਾ 6 ਸਾਲਾ ਕੁੜੀ ਦੀ ਲਾਸ਼ ਮਿਲਣ ਤੋਂ ਬਾਅਦ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਸੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ। ਭਾਵੇਂ ਇਸ ਬਾਬਤ ਪੁਲਿਸ ਨੇ ਚੁੱਪੀ ਸਾਧੀ ਹੈ, ਜੋ ਸ਼ੁੱਕਰਵਾਰ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦੇਵੇਗੀ। ਆਪਣੀ ਹੀ ਕੁੱਖੋਂ ਜਨਮ ਦੇਣ ਵਾਲੀ ਇਸ਼ਕ ਚ ਅੰਨੀ ਹੋਈ ਕਲਯੁਗੀ ਮਾਂ ਨੇ ਇੱਕ ਵਾਰ ਫਿਰ ਮਮਤਾ ਨੂੰ ਸ਼ਰਮਸਾਰ ਕਰਨ ਦੀ ਮਿਸਾਲ ਪੈਦਾ ਕੀਤੀ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਕਲਯੁਗੀ ਮਾਂ, ਜਿਸ ਨੇ ਆਪਣੀ ਕੁੱਖੋਂ ਪ੍ਰਵੀਨ ਕੌਰ ਨੂੰ ਜਨਮ ਦਿੱਤਾ ਸੀ, ਉਸ ਵੱਲੋਂ ਹੀ ਬੇਟੀ ਨੂੰ ਮੌਤ ਦੇ ਘਾਟ
ਉਤਾਰ ਦਿੱਤਾ ਗਿਆ, ਜੋ ਲੋਕਾਂ ਦੇ ਪੁਲਿਸ ਸਾਹਮਣੇ ਨਾਟਕੀ ਰੂਪ ਵਿੱਚ ਮਗਰਮੱਛ ਦੇ ਅਥਰੂ ਵਹਾਉਂਦੀ ਰਹੀ। ਸੂਤਰਾਂ ਅਨੁਸਾਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮ੍ਰਿਤਕ ਦੀ ਮਾਂ ਸੰਦੀਪ ਕੌਰ, ਉਸਦੇ ਆਸ਼ਿਕ ਲਵਜੀਤ ਸਿੰਘ, ਮਾਸੀ ਸੁਮਨਦੀਪ ਕੌਰ ਦੇ ਉਸਦੇ ਆਸ਼ਿਕ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਬਾਬਤ ਜਦੋਂ ਥਾਣਾ ਮੁਖੀ ਕੇਵਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਕੇਸ ਦੀ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਸਾਰੀ ਜਾਣਕਾਰੀ ਮੀਡੀਆ ਨੂੰ ਦੇ ਦਿੱਤੀ ਜਾਵੇਗੀ। ਪਟਿਆਲਾ ਪੁਲਿਸ ਨੇ ਪਾਤੜਾ ਖੇਤਰ 'ਚ 8 ਦਸੰਬਰ ਨੂੰ ਹੋਈ ਫਾਈਨਾਂਸ ਕੰਪਨੀ ਦੇ ਏਜੰਟ ਤੋਂ 10,35,000 ਰੁਪਏ ਦੀ ਲੁੱਟ-ਖੋਹ ਦੀ ਘਟਨਾ ਨੂੰ ਕੁਝ ਘੰਟਿਆਂ 'ਚ ਹੀ ਸੁਲਝਾ ਲਿਆ। ਇਸ ਵਾਰਦਾਤ 'ਚ ਸ਼ਾਮਿਲ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਖੋਹ ਕੀਤੀ ਰਕਮ ਬਰਾਮਦ ਕਰਨ 'ਚ ਕਾਮਯਾਬੀ ਹਾਸਲ ਕੀਤੀ ਗਈ ਹੈ। ਜਾਣਕਾਰੀ ਦਿੰਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਹੀਪਾਲ ਸਿੰਘ ਯਾਦਵ ਨੇ ਕੰਟਰੋਲ ਰੂਮ ਪਟਿਆਲਾ ਵਿਖੇ 8 ਦਸੰਬਰ ਨੂੰ ਫੋਨ ਤੇ ਇਤਲਾਹ ਦਿੱਤੀ ਸੀ ਕਿ ਉਹ ਭਾਰਤ ਫਾਈਨਾਂਸ ਇਨਕਲੂਜਨ ਲਿਮਟਿਡ ਕੰਪਨੀ ਦਾ ਬਤੌਰ ਡਿਪਟੀ ਡਿਵੀਜ਼ਨਲ ਮੈਨੇਜਰ ਹੈ। ਪੁਲਿਸ ਨੇ ਤੁਰੰਤ ਹਰਕਤ 'ਚ ਆ ਕੇ 6 ਘੰਟਿਆਂ 'ਚ ਹੀ ਘਟਨਾ ਲਈ ਜ਼ਿੰਮੇਵਾਰ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਐਸਐਸਪੀ ਨੇ ਦੱਸਿਆ ਕਿ ਵਾਰਦਾਤ 'ਚ ਸ਼ਾਮਿਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਖੋਹ ਕੀਤੀ ਰਕਮ, ਤਲਵਾਰ ਤੇ ਮੋਟਰਸਾਈਕਲ ਬਰਾਮਦ ਕਰਵਾਏ ਗਏ ਨੇ। ਮਾਨਸਾ ਦੇ ਨਸ਼ਾ ਛਡਾਊ ਕੇਂਦਰ ਤੇ ਨਸ਼ਾ ਛੱਡਣ ਵਾਲੇ ਲੋਕਾਂ ਦੀ ਲੰਬੀ ਕਤਾਰ ਦੇਖਣ ਨੂੰ ਮਿਲੀ ਹੈ। ਇਹ ਲੋਕ ਪਿਛਲੇ 3 ਸਾਲਾਂ ਤੋਂ ਨਸ਼ਾ ਛਡਾਊ ਕੇਂਦਰ ਤੋਂ ਦਵਾਈ ਲੈ ਰਹੇ ਸਨ, ਪਰ ਹੁਣ ਤੱਕ ਉਹ ਨਸ਼ਾ ਨਹੀਂ ਛੱਡ ਸਕੇ। ਨਸ਼ਾ ਛੱਡਣ ਵਾਲੇ ਨੌਜਵਾਨਾਂ ਨੇ ਦੋਸ਼ ਲਾਇਆ ਕਿ ਉਹ ਦੂਜੇ ਨਸ਼ੇ ਛੱਡ ਕੇ ਨਸ਼ਾ ਛਡਾਉਣ ਵਾਲੀਆਂ ਦਵਾਈਆਂ ਤੇ ਨਿਰਭਰ ਹੋ ਚੁੱਕੇ ਨੇ, ਪਰ ਉਹ ਫਿਰ ਵੀ ਸਿਰਫ ਇੱਕ ਦਿਨ ਦੀ ਹੀ ਉਹਨਾਂ ਨੂੰ ਖੁਰਾਕ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਉਹ ਰੋਜ਼ਾਨਾ ਨਸ਼ਾ ਛਡਾਊ ਕੇਂਦਰ ਵਿੱਚ ਜਾ ਕੇ ਕਤਾਰਾਂ ਵਿੱਚ ਲੱਗ ਜਾਂਦੇ ਨੇ, ਪਰ ਉਹਨਾਂ ਨੂੰ ਦਵਾਈ ਨਹੀਂ ਮਿਲ ਰਹੀ। ਦੂਜੇ ਪਾਸੇ ਨਸ਼ਾ ਛਡਾਊ ਕੇਂਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਕੋਲ ਸਟਾਫ ਦੀ ਕਮੀ ਹੈ, ਜਿਸ ਦੇ ਚੱਲਦਿਆਂ ਦਵਾਈਆਂ ਦੀ ਪੂਰੀ ਖੁਰਾਕ ਨਹੀਂ ਦਿੱਤੀ ਜਾ ਰਹੀ। तो इसी मंडे से 6 तारीख से हमारा जो स्टाफ है वो स्ट्राइक पे चला गया और उस वजह से ये थोड़ी परेशानी है, क्योंकि जिस स्टाफ की हमने ड्यूटी लगाई थी, ट्रेंड करके रखा हुआ था कि अगर ये स्ट्राइक पे जाएंगे करेंगे, उन्होंने अर्नड लीव ले ली। तो हमारे पास स्टाफ की शॉर्टेज से ऐसा हुआ, पर मैंने अल्टरनेट स्टाफ बना लिया है। रोज़ हम उसको बताते हैं कि कैसे काम करना है। तो जो नया स्टाफ है उसकी स्पीड थोड़ी कम है, क्योंकि वो ध्यान से काम करता है कि कुछ गलती ना हो जाए। देखना पड़ता है कि इसको कितनी गोलियां देनी है और गिन के उतनी गोलियां दी जाती हैं एज़ पर गाइडलाइंस ऑफ द गवर्नमेंट। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।